ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, ਸੀ ਟੈਟ, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਜਿਹੜਾ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿੰਦੀਆਂ ਹੋਣਗੀਆਂ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ। ਸੋ ਇਸ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਕਾਫੀ ਦਿਨਾਂ ਤੋਂ ਜਿਹੜੀ ਕਲਾਸਿਸ ਮਿਸ ਰਹੀਆਂ ਸੀ ਉਸ ਲਈ ਮਾਫੀ ਚਾਹੁੰਦਾ ਹਾਂ ਕਿਉਂਕਿ ਤਬੀਅਤ ਜਿਹੜੀ ਠੀਕ ਨਹੀਂ ਸੀਗੀ। ਸੋ ਅੱਜ ਦੁਬਾਰਾ ਤੋਂ ਜਿਹੜੀ ਸ਼ੁਰੂ ਕੀਤੀ ਹੈ। ਸੋ ਪੰਜਾਬੀ ਦਾ ਬਿਹਾਰੀ ਲਾਲ ਪੁਰੀ ਜੋ ਕਿ ਵਾਰਤਕ ਕਾਵਿ ਆਪਾਂ ਕਰਦੇ ਪਏ ਸੀਗੇ, ਵਾਰਤਕ ਭਾਗ ਦਾ, ਸੋ ਉਸ ਦੇ ਨਾਲ ਰਿਲੇਟਡ ਹੈ। ਸੋ ਇਸ ਤੋਂ ਪਹਿਲਾਂ 2 ਕਾਵਿ ਜਿਹੜੇ ਹੋ ਚੁੱਕੇ ਹੈਗੇ ਨੇਗੇ ਵਾਰਤਕ ਦੇ, ਸੋ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇ ਸਕਦੇ ਹੈਗੇ ਹੋਗੇ। ਸੋ ਪੰਜਾਬੀ ਦੇ ਮਾਸਟਰ ਕੇਡਰ ਅਤੇ NTA NET ਐਗਜ਼ਾਮ ਦੇ ਲਈ ਤੁਹਾਨੂੰ ਇਹ ਵਾਲਾ ਪਾਰਟ ਹੈਲਪਫੁਲ ਰਹੂਗਾ। ਓਕੇ, ਸੋ ਥਿਊਰੀ ਵਾਲਾ ਪਾਰਟ ਰਹੇਗਾ, ਆਫਲਾਈਨ ਰਹੇਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਤਾਂ ਛੋਟਾ ਜਿਹਾ ਟੌਪਿਕ ਹੈ, ਜ਼ਿਆਦਾ ਲੈਂਥੀ ਨਹੀਂ ਹੈਗਾ ਬਟ ਇੰਪੋਰਟੈਂਟ ਹੈ। ਸੋ ਬਿਹਾਰੀ ਲਾਲ ਪੁਰੀ ਜੋ ਕਿ ਪੰਜਾਬੀ ਦੇ ਵਾਰਤਕ ਰੂਪ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਤੀਸਰੇ ਜਿਹੜੇ ਕਹਿ ਸਕਦੇ ਆ ਵਾਰਤਕ ਆਉਂਦੇ ਹੈਗੇ ਨੇਗੇ। ਸੋ ਇਹਨਾਂ ਦਾ ਜਨਮ ਜਿਹੜਾ ਹੈ ਉਹ ਗੁਰਦਾਸਪੁਰ ਦੇ ਵਿੱਚ ਹੋਇਆ ਸੀਗਾ ਜੋ ਕਿ 1830 ਦੇ ਵਿੱਚ ਮੰਨਿਆ ਗਿਆ ਹੈਗਾ ਗਾ। ਠੀਕ ਹੈ, ਗੁਰਦਾਸਪੁਰ ਜਿਹੜਾ ਸੀਗਾ ਇਸ ਖੇਤਰ ਦੇ ਵਿੱਚ ਇਹਨਾਂ ਦਾ 1830 ਦੇ ਵਿੱਚ ਜਿਹੜਾ ਜਨਮ ਹੋਇਆ ਸੀਗਾ ਅਤੇ ਇਹਨਾਂ ਨੂੰ ਬਾਬਾ ਸ਼ਾਂਗਾ ਦੇ ਵੰਸ਼ ਦੇ ਵਿੱਚੋਂ ਮੰਨਿਆ ਜਾਂਦਾ ਹੈ। ਸੋ ਸ਼ਾਂਗਾ ਦਾ ਮਤਲਬ ਇਹ ਸੀ ਕਿ ਇਹਨਾਂ ਦੀਆਂ ਜਿਹੜੀਆਂ ਉਂਗਲੀਆਂ ਸੀ ਨਾ ਉਹ 6 ਸੀਗੀਆਂ, ਜਿਹਦੇ ਆਧਾਰ ਦੇ ਉੱਪਰ ਇਹਨਾਂ ਨੂੰ ਸ਼ਾਂਗਾ ਜਿਹੜਾ ਕਿਹਾ ਜਾਂਦਾ ਸੀਗਾ। ਸੇ ਬਾਬਾ ਸ਼ਾਂਗਾ ਦੇ ਵੰਸ਼ ਦੇ ਵਿੱਚੋਂ ਮੰਨੇ ਜਾਂਦੇ ਨੇ, ਜਿਨ੍ਹਾਂ ਦਾ ਕਹਿ ਸਕਦੇ ਇਹਨਾਂ ਦੇ ਪਿਛੋਕੜ ਜਿਹੜੇ ਹਨ ਦਾਦੇ ਪੜਦਾਦੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੰਸ਼ ਦੇ ਵਿੱਚੋਂ ਇਹ ਮੰਨੇ ਜਾਂਦੇ ਹੈਗੇ ਸੀਗੇ। ਓਕੇ, ਨੈਕਸਟ ਹੈਗਾ ਗਾ ਇਹਨਾਂ ਨੇ ਜਿਹੜਾ ਕੰਮ ਸੀ ਪ੍ਰਮੁੱਖ ਤੌਰ ਦੇ ਉੱਪਰ ਇਹਨਾਂ ਦਾ ਉਹ ਨਕਸ਼ਾ ਨਵੀਸਤਾ ਸੀਗਾ ਕਿ ਜੋ ਨਕਸ਼ੇ ਕ੍ਰੀਏਟ ਕੀਤੇ ਜਾਂਦੇ ਨੇ ਸੋ ਉਹਨਾਂ ਨੂੰ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਜਾਂ ਕੰਮ ਸੀ ਉਹ ਇਹਨਾਂ ਦੇ ਸਿਰ ਉੱਪਰ ਸੀ। ਸੋ ਇਹ ਉਸ ਕੰਮ ਨੂੰ ਜਿਹੜਾ ਇਹ ਕਰਦੇ ਹੁੰਦੇ ਸੀਗੇ। ਓਕੇ, ਇਸ ਪੇਸ਼ੇ ਪੱਖੋਂ ਗੱਲ ਕਰੀਏ ਤਾਂ ਔਰ ਇਹਨਾਂ ਦੇ ਦੁਆਰਾ ਇਤਿਹਾਸ, ਮਿਥਿਹਾਸ, ਧਰਮ, ਸਦਾਚਾਰ, ਸਾਹਿਤ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਸ਼ੇ ਸੀ ਉਹਨਾਂ ਸਾਰਿਆਂ ਦੇ ਉੱਪਰ ਇਹਨਾਂ ਨੇ ਜਿਹੜੀਆਂ ਰਚਨਾਵਾਂ ਲਿਖੀਆਂ ਨੇ। ਇਤਿਹਾਸ ਨੂੰ ਲੈ ਕੇ ਵੀ, ਮਿਥਿਹਾਸ ਨੂੰ ਲੈ ਕੇ ਵੀ, ਧਰਮ ਨੂੰ ਲੈ ਕੇ ਵੀ, ਸਦਾਚਾਰ ਦੇ ਉੱਪਰ ਵੀ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਨੇ। ਇਸ ਤੋਂ ਇਲਾਵਾ ਸਾਹਿਤ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇੰਪੋਰਟੈਂਸ ਆ ਉਹ ਇਹਨਾਂ ਦੀ ਰਹੀ ਹੈ, ਜਿਨ੍ਹਾਂ ਦੇ ਵਿੱਚ ਇਹਨੇ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਜਿਹੜਾ ਆਪਣੀਆਂ ਰਚਨਾਵਾਂ ਨੂੰ ਕ੍ਰੀਏਟ ਕੀਤਾ ਸੀਗਾ। ਓਕੇ, ਨੈਕਸਟ ਹੈਗਾ ਗਾ ਭਾਸ਼ਾਵਾਂ ਦੀ ਗੱਲ ਕਰੀਏ। ਭਾਸ਼ਾਵਾਂ ਦੇ ਪੱਖ ਤੋਂ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਸੰਸਕ੍ਰਿਤ ਅਤੇ ਫਾਰਸੀ ਇਹਨਾਂ ਭਾਸ਼ਾਵਾਂ ਦੇ ਇਹ ਮਾਹਿਰ ਮੰਨੇ ਜਾਂਦੇ ਨੇ। ਸੋ ਇਹਨਾਂ ਭਾਸ਼ਾਵਾਂ ਦਾ ਜਿਹੜਾ ਹੈ ਬਿਹਾਰੀ ਲਾਲ ਪੁਰੀ ਜੀ ਨੂੰ ਗਿਆਨ ਸੀਗਾ ਔਰ ਇਹਨਾਂ ਭਾਸ਼ਾਵਾਂ ਦਾ ਅਧਿਐਨ ਕਰਕੇ ਹੀ ਇਹਨਾਂ ਨੇ ਵੱਖ-ਵੱਖ ਰਚਨਾਵਾਂ ਨੂੰ ਜਿਹੜਾ ਹੈ ਰਚਿਆ ਸੀਗਾ। ਓਕੇ, ਨੈਕਸਟ ਹੈਗਾ ਗਾ ਸਦਾਚਾਰ ਅਤੇ ਸਿੱਖਿਆਦਾਇਕ ਲੇਖ। ਸਦਾਚਾਰਕ ਅਤੇ ਸਿੱਖਿਆਦਾਇਕ ਨਿਬੰਧ ਲਿਖਣ ਦੀ ਜਿਹੜੀ ਪਿਰਤਾ ਹੈ ਜਾਂ ਸ਼ੁਰੂਆਤ ਜਿਹੜੀ ਹੈ ਉਹ ਕਿੱਥੋਂ ਕੀਤੀ ਗਈ ਹੈ? ਬਿਹਾਰੀ ਲਾਲ ਪੁਰੀ ਤੋਂ। ਇਹਨਾਂ ਨੇ ਸਦਾਚਾਰ ਬਾਰੇ ਜੋ ਕਹਿਣਾ ਸਦਭਾਵਨਾ ਜਿਹੜੀ ਹੁੰਦੀ ਹੈ ਉਸ ਬਾਰੇ ਲਿਖਣਾ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਨਿਬੰਧ ਰਹੇ ਨੇ ਉਹ ਹਮੇਸ਼ਾ ਸਿੱਖਿਆਦਾਇਕ ਰਹੇ ਨੇ। ਸਿੱਖਿਆਦਾਇਕ ਮਤਲਬ ਕਿ ਕੁਛ ਨਾ ਕੁਛ ਜਿਹੜਾ ਹਨ ਉਹਨਾਂ ਦੇ ਵਿੱਚ ਜ਼ਰੂਰ ਸਿੱਖਣ ਨੂੰ ਮਿਲਦਾ ਹੈ, ਚਾਹੇ ਉਹ ਸਮਾਜ ਦੇ ਨਾਲ ਰਿਲੇਟਡ ਹੈ, ਚਾਹੇ ਬੱਚਿਆਂ ਦੇ ਨਾਲ ਰਿਲੇਟਡ ਹੈ, ਚਾਹੇ ਸੁਸਾਇਟੀ ਨੂੰ ਲੈ ਕੇ, ਚਾਹੇ ਕਿਸੇ ਹੋਰ ਚੀਜ਼ ਨੂੰ ਲੈ ਕੇ ਨਾ। ਤਾਂ ਤਕਰੀਬਨ ਹਰ ਰਚਨਾ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਜਿਹੜਾ ਹੈ ਉਹ ਸਿੱਖਣਦਾਇਕ ਆਉਂਦਾ ਸੀ। ਇਸ ਕਰਕੇ ਇਸ ਨੂੰ ਸਿੱਖਦਾਇਕ ਜਾਂ ਸਦਾਚਾਰ ਜਿਹੜਾ ਹੈ ਉਹ ਮੰਨਿਆ ਜਾਂਦਾ ਸੀ। ਓਕੇ, ਨੈਕਸਟ ਹੈ ਹਿੰਦੂ ਮਿਥਿਹਾਸ ਦਾ ਵਰਣਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਯੋਗਦਾਨ ਪਾਇਆ, ਯਾਨੀ ਕਿ ਬੜੇ ਸੁਚੱਜੇ ਢੰਗ ਦੇ ਨਾਲ ਪ੍ਰੈਜ਼ੈਂਟ ਕੀਤਾ ਗਿਆ ਹੈ ਬਿਹਾਰੀ ਲਾਲ ਪੁਰੀ ਦੇ ਦੁਆਰਾ ਜੋ ਹਿੰਦੂ ਮਿਥਿਹਾਸ ਹੈ। ਇਤਿਹਾਸ ਅਤੇ ਮਿਥਿਹਾਸ ਦੇ ਵਿੱਚ ਫਰਕ ਹੁੰਦਾ ਹੈ। ਸੋ ਹੈ ਨਾ, ਇਤਿਹਾਸ ਜਿਹੜਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਨੋਟ ਕੀਤਾ ਹੁੰਦਾ। ਮਿਥਿਹਾਸ ਕੁਝ ਜਿਹੜੀਆਂ ਕਹਿ ਸਕਦੇ ਹਨ ਪੁਰਾਣੀਆਂ ਪਰੰਪਰਾਵਾਂ ਚੱਲਦੀਆਂ ਹੁੰਦੀਆਂ ਨੇ ਜਾਂ ਪੁਰਾਣੇ ਲੋਕਾਂ ਤੋਂ ਜੋ ਗੱਲਾਂ ਸੁਣਦੇ ਹੁੰਦੇ ਨੇ ਅੱਗੇ ਫਾਰਵਰਡ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਮਿਥਿਹਾਸ ਕਹਿੰਦੇ ਹਾਂ। ਤਾਂ ਇਹਨਾਂ ਨੇ ਉਸ ਹਿੰਦੂ ਮਿਥਿਹਾਸ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਸੁਚੱਜੇ ਢੰਗ ਦੇ ਨਾਲ ਪ੍ਰੈਜ਼ੈਂਟ ਕੀਤਾ ਹੋਇਆ ਆਪਣੀਆਂ ਰਚਨਾਵਾਂ ਦੇ ਵਿੱਚ। ਓਕੇ, ਨੈਕਸਟ ਹੈਗਾ ਗਾ ਪੰਜਾਬੀ ਦਾ ਪਹਿਲਾ ਸਥਾਪਿਤ ਨਿਬੰਧਕਾਰ ਜਿਹੜਾ ਕਿ 2.5 ਦਰਜਨਾਂ ਦੇ ਕਰੀਬ ਨਿਬੰਧ ਲਿਖੇ ਗਏ ਨੇ ਉਹ ਬਿਹਾਰੀ ਲਾਲ ਪੁਰੀ ਦੇ ਦੁਆਰਾ ਗਏ ਨੇ। ਪੰਜਾਬੀ ਦਾ ਪਹਿਲਾ ਨਿਬੰਧਕਾਰ ਮੰਨਿਆ ਜਾਂਦਾ ਹੈਗਾ ਬਿਹਾਰੀ ਲਾਲ ਪੁਰੀ ਨੂੰ ਔਰ ਇਹਨਾਂ ਨੇ ਤਕਰੀਬਨ 2.5 ਦਰਜਨ ਜਿਹੜੇ ਕਹਿ ਸਕਦੇ ਹੈਗੇ ਨਿਬੰਧ ਜਿਹੜੇ ਆ ਉਹ ਲਿਖੇ ਹੋਏ ਸੀਗੇ। ਓਕੇ,
ਇਸ ਤੋਂ ਇਲਾਵਾ ਬਾਲ ਮਨੋਵਿਗਿਆਨ 'ਤੇ ਆਧਾਰਿਤ ਪਹਿਲੀ ਤੋਂ ਚੌਥੀ ਜਮਾਤ ਤੱਕ ਦੀਆਂ ਜਿਹੜੀਆਂ ਪੁਸਤਕਾਂ ਉਹ ਲਿਖੀਆਂ ਸੀ। ਔਰ ਇਹਨਾਂ ਪੁਸਤਕਾਂ ਦੇ ਵਿੱਚ ਉਹਨਾਂ ਨੇ ਗ੍ਰਾਫਿਕਸ, ਬਹੁਤ ਸਾਰੇ ਜਿਹੜੀਆਂ ਡਾਇਗਰਾਮ, ਬਹੁਤ ਸਾਰੇ ਜਿਹੜੇ ਚਿੱਤਰ ਨੇ, ਬਹੁਤ ਸਾਰੀਆਂ ਜਿਹੜੀਆਂ ਅਟਰੈਕਟਿਵ ਚੀਜ਼ਾਂ ਜਿਹਦੇ ਨਾਲ ਬੱਚਾ ਜਿਹੜਾ ਹੈ ਮਨੋਵਿਗਿਆਨ ਦੇ ਅਕੋਰਡਿੰਗ ਜ਼ਿਆਦਾ ਸਿੱਖ ਪਾਉਂਦਾ ਹੈ, ਸੋ ਉਸ ਦੇ ਉੱਪਰ ਫੋਕਸ ਕੀਤਾ ਹੈ। ਸੋ ਜ਼ਿਆਦਾਤਰ ਇਹਨਾਂ ਦੀਆਂ ਬਾਲ ਮਨੋਵਿਗਿਆਨ ਦੇ ਆਧਾਰ ਦੇ ਉੱਪਰ, ਯਾਨੀ ਕਿ ਚਾਈਲਡ ਸਾਈਕੋਲੋਜੀ ਨੂੰ ਸਮਝਦੇ ਹੋਏ ਪਹਿਲੀ ਤੋਂ ਲੈ ਕੇ ਚੌਥੀ ਜਮਾਤ ਤੱਕ ਦੀਆਂ ਜਿਹੜੀਆਂ ਰਚਨਾਵਾਂ ਜਾਂ ਪੁਸਤਕਾਂ ਜਿਹੜੀਆਂ ਉਹ ਇਹਨਾਂ ਦੇ ਦੁਆਰਾ ਲਿਖੀਆਂ ਗਈਆਂ ਸੀਗੀਆਂ। ਓਕੇ, ਇਸ ਤੋਂ ਇਲਾਵਾ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਉਹ ਗਿਆਨਵਰਧਕ ਅਤੇ ਸਿੱਖਿਆਦਾਇਕ ਹੁੰਦੀਆਂ ਨੇ, ਗਿਆਨ ਨਾਲ ਭਰਪੂਰ ਹੁੰਦੀਆਂ ਨੇ, ਸਿੱਖਿਆ ਮਿਲਦੀ ਹੈ ਕੋਈ ਨਾ ਕੋਈ, ਚਾਹੇ ਉਹ ਸਦਾਚਾਰ ਦੀ ਹੋਵੇ, ਚਾਹੇ ਮੌਲਿਕ ਹੋਵੇ। ਸੋ ਕੁਛ ਨਾ ਕੁਛ ਜਿਹੜਾ ਸਾਨੂੰ ਨਾ ਇਹਦੇ ਵਿੱਚੋਂ ਸਿੱਖਣ ਨੂੰ ਮਿਲਦਾ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਜੋ ਨਿੱਕੇ ਨਿੱਕੇ ਲੇਖ ਨੇ ਉਹਨਾਂ ਨੂੰ ਲਿਖਣ ਦੀ ਜਿਹੜੀ ਤਰਜੀਹ ਹੈ ਜਿਹੜੀ ਉਹ ਪੇਸ਼ ਕੀਤੀ ਹੈ। ਇਹਨਾਂ ਤੋਂ ਸ਼ੁਰੂਆਤ ਹੋਈ ਹੈ ਛੋਟੇ ਛੋਟੇ ਨਿੱਕੇ ਨਿੱਕੇ ਲੇਖ ਲਿਖਣ ਦੀ। ਓਕੇ, ਵੀ ਜੋ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈਗੀ ਆ। ਮਾਂ ਬੋਲੀ ਪੰਜਾਬੀ ਦਾ ਅਥਾਹ ਪਿਆਰ ਹੋਣ ਦੇ ਕਰਕੇ ਇਹਨਾਂ ਨੇ ਅਤੇ ਲੜਕੀਆਂ ਲਈ ਸਕੂਲ ਪੱਧਰ ਦੀਆਂ ਰਚਨਾਵਾਂ ਲਿਖਣ ਦੇ ਲਈ ਇਹਨਾਂ ਨੇ ਸਾਹਿਤਕ ਖੇਤਰ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਆ ਉਹ ਪਾਇਆ ਹੋਇਆ ਹੈ। ਪੰਜਾਬੀ ਮਾਂ ਬੋਲੀ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਰਚਨਾਵਾਂ ਨੇ। ਇਸ ਤੋਂ ਇਲਾਵਾ ਲੜਕੀਆਂ ਦੇ ਲਈ ਸਕੂਲ ਪੱਧਰ ਦੀਆਂ ਰਚਨਾਵਾਂ, ਤਾਂ ਕਿ ਲੜਕੀਆਂ ਜਿਹੜੀਆਂ ਨੇ ਉਹ ਸਿੱਖ ਪਾਉਣ, ਬਹੁਤ ਕੁਝ ਜਿਹੜਾ ਸਮਝ ਪਾਉਣ, ਉਸ ਲਈ ਇਹਨਾਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਉਹ ਲਿਖੀਆਂ ਹੋਈਆਂ ਨੇਗੀਆਂ। ਸੋ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ, ਇਹਨਾਂ ਸਾਰੀਆਂ ਰਚਨਾਵਾਂ ਦੇ ਉੱਪਰ ਤਕਰੀਬਨ ਦੁਆਬੀ ਭਾਸ਼ਾ ਜਿਹੜੀ ਹੈ ਉਸ ਬੋਲੀ ਦਾ ਪ੍ਰਭਾਵ ਇਹਨਾਂ ਸਾਰੀਆਂ ਰਚਨਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈਗਾ। ਓਕੇ, ਨੈਕਸਟ ਹੈ ਪੰਜਾਬੀ ਵਾਰਤਕ ਨੂੰ ਧਾਰਮਿਕ ਵਲਗਣ, ਯਾਨੀ ਕਿ ਪਹਿਲਾਂ ਧਾਰਮਿਕ ਪ੍ਰਵਿਰਤੀ ਚੱਲਦੀ ਸੀ, ਉਸ ਨੂੰ ਇਹਨਾਂ ਨੇ ਲੌਕਿਕ ਲੀਹਾਂ ਦੇ ਉੱਪਰ ਜਿਹੜਾ ਰੀਜਨਲ ਜਿਹੜਾ ਕਹਿ ਸਕਦੇ ਹਾਂ ਨਾ, ਰੀਜਨਿੰਗ ਦੇ ਵਿੱਚ ਜਿਹੜਾ ਲੈ ਕੇ ਆਉਂਦੇ, ਯਾਨੀ ਕਿ ਲੌਕਿਕ ਲੀਹਾਂ ਦੇ ਉੱਪਰ ਲਿਆਂਦਾ, ਜੋ ਕਿ ਇੱਕ ਧਾਰਮਿਕ ਪ੍ਰਕਿਰਿਆ ਸੀ, ਧਾਰਮਿਕ ਸਿਸਟਮ ਜਿਹੜਾ ਮੰਨਿਆ ਜਾਂਦਾ ਸੀ। ਠੀਕ ਹੈ, ਸੋ ਉਸ ਦੇ ਵਿੱਚ ਸੁਧਾਰ ਕਰਕੇ ਇਸ ਨੂੰ ਲੌਕਿਕ ਲੀਹਾਂ ਦੇ ਵਿੱਚ ਲਿਆਉਣ ਦੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਬਿਹਾਰੀ ਲਾਲ ਪੁਰੀ ਨੂੰ। ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਇਮਤਿਹਾਨ ਚਾਲੂ ਕਰਵਾਇਆ ਗਿਆ ਸੀਗਾ ਇਸ ਦੇ ਦੁਆਰਾ। ਇਸ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਇਮਤਿਹਾਨ ਲਏ ਜਾਂਦੇ ਸੀ, ਹੋਰ ਪੇਪਰ ਜਿਹੜੇ ਸੀਗੇ ਜਾਂ ਹੋਰ ਇਮਤਿਹਾਨ ਉਹ ਲਏ ਜਾਂਦੇ ਸੀ, ਬਟ ਪੰਜਾਬੀ ਦਾ ਇਮਤਿਹਾਨ ਜਿਹੜਾ ਹੈ ਉਹ ਨਹੀਂ ਲਿਆ ਜਾਂਦਾ ਹੁੰਦਾ ਸੀਗਾ। ਬਟ ਬਿਹਾਰੀ ਲਾਲ ਪੁਰੀ ਨੇ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਇਮਤਿਹਾਨ ਸ਼ੁਰੂ ਕਰਨ ਦੇ ਲਈ ਜਿਹੜਾ ਯੋਗਦਾਨ ਪਾਇਆ, ਜਿਸ ਕਾਰਨ ਕਰਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਪੇਪਰ ਜਿਹੜੇ ਹੋਣੇ ਆ ਉਹ ਸ਼ੁਰੂ ਹੋਏ ਨੇ। ਸੋ ਇਹ ਕਿੱਥੋਂ ਸ਼ੁਰੂ ਹੋਏ ਨੇ? ਬਿਹਾਰੀ ਲਾਲ ਪੁਰੀ ਦੀ ਕੋਸ਼ਿਸ਼ ਦੇ ਦੁਆਰਾ। ਸੋ ਪੰਜਾਬੀ ਵਾਰਤਕ ਵਿੱਚ ਸਭ ਤੋਂ ਪਹਿਲਾਂ ਵਿਦਿਆ ਰਤਨਾਕਾਰ ਪੁਸਤਕ ਰਾਹੀਂ ਨਿਬੰਧ ਲਿਖਣ ਦੀ ਜਿਹੜੀ ਪਿਰਤ ਹੈ, ਜਿਹੜੀ ਸ਼ੁਰੂਆਤ ਹੈ ਉਹ ਇਹਨਾਂ ਨੇ ਕੀਤੀ। ਸੋ ਵਿਦਿਆ ਰਤਨਾਕਾਰ ਇਹਨਾਂ ਦੀ ਪੁਸਤਕ ਸੀ। ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀਗੀ ਨਿਬੰਧ ਲਿਖਣ ਦੀ, ਉਹ ਇਸ ਪੁਸਤਕ ਦੇ ਵਿੱਚੋਂ ਹੋਈ ਸੀਗੀ, ਜੋ ਕਿ ਬਿਹਾਰੀ ਲਾਲ ਪੁਰੀ ਨੇ ਸ਼ੁਰੂਆਤ ਕੀਤੀ ਸੀਗੀ। ਓਕੇ, ਪਹਿਲੀ ਵਾਰ ਪੱਛਮੀ ਕਲਾ ਰੂਪ ਨੂੰ ਨਿਬੰਧ ਰੂਪ ਦੇ ਵਿੱਚ ਲੈ ਕੇ ਆਉਣ ਦਾ ਜਿਹੜਾ ਸਿਹਰਾ ਹੈ ਸੋ ਵੀ ਬਿਹਾਰੀ ਲਾਲ ਪੁਰੀ ਦੇ ਦੁਆਰਾ ਜਾਂਦਾ ਹੈ। ਸੋ ਪੱਛਮੀ ਕਲਾ ਰੂਪ ਜਿਹੜਾ ਨਿਬੰਧ ਨੂੰ ਲੈ ਕੇ, ਠੀਕ ਹੈ, ਲੇਖ ਨੂੰ ਲੈ ਕੇ ਜਿਹੜਾ ਹੁੰਦਾ ਸੀ, ਸੋ ਉਸ ਨੂੰ ਪੰਜਾਬੀ ਦੇ ਵਿੱਚ ਲਿਆਂਦਾ, ਪੰਜਾਬੀ ਦੇ ਵਿੱਚ ਪੇਸ਼ ਕੀਤਾ ਗਿਆ ਬਿਹਾਰੀ ਲਾਲ ਪੁਰੀ ਦੇ ਦੁਆਰਾ। ਇਹਨਾਂ ਦੇ ਕਰਮ ਖੇਤਰ ਦੀ ਗੱਲ ਕਰੀਏ, ਕਰਮ ਖੇਤਰ ਵਿਦਿਆ ਹੋਣ ਕਰਕੇ ਇਹਨਾਂ ਨੇ ਲਾਹੌਰ ਅਤੇ ਮਾਧੋਪੁਰ ਦੇ ਵਿੱਚ 2 ਸਕੂਲ ਵੀ ਜਿਹੜੇ ਖੋਲ੍ਹੇ ਸੀਗੇ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਹੈ ਐਜੂਕੇਸ਼ਨ ਹੈ ਉਹ ਭੇਜੀ ਜਾ ਸਕੇ, ਉਹਨਾਂ ਨੂੰ ਪ੍ਰੋਵਾਈਡ ਜਿਹੜੀ ਹੈ ਉਹ ਕੀਤੀ ਜਾ ਸਕੇ। ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਮਾਨਤਾ ਦੇਣ ਦੇ ਲਈ ਹੰਟਰ ਕਮਿਸ਼ਨ ਸਾਹਮਣੇ ਮੈਮੋਰੰਡਮ ਜਿਹੜਾ ਸੀਗਾ ਉਸ ਨੂੰ ਪੇਸ਼ ਕੀਤਾ ਸੀ, ਤਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮਾਨਤਾ ਦੇ ਕੇ ਉਸ ਨੂੰ ਪ੍ਰਫੁੱਲਿਤ ਕੀਤਾ ਜਾਵੇ, ਉਸ ਭਾਸ਼ਾ ਦੇ ਵਿੱਚ ਵਿਕਾਸ ਕੀਤਾ ਜਾਵੇ, ਉਸ ਭਾਸ਼ਾ ਦੇ ਵਿੱਚ ਪੁਸਤਕਾਂ ਜਿਹੜੀਆਂ ਪੜ੍ਹਾਈਆਂ ਜਾਣ, ਉਸ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਜਾਣੀ ਕਹਿ ਸਕਦੇ ਹਾਂ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ ਜਾ ਸਕੇ। ਇਸ ਲਈ ਇਹਨਾਂ ਨੇ ਹੰਟਰ ਕਮਿਸ਼ਨ ਦੇ ਸਾਹਮਣੇ ਮੈਮੋਰੰਡਮ ਜਿਹੜਾ ਹੈ ਉਹ ਪੇਸ਼ ਕੀਤਾ ਸੀਗਾ ਬਿਹਾਰੀ ਲਾਲ ਪੁਰੀ ਨੇ। 1882 ਦੇ ਵਿੱਚ ਪੰਜਾਬੀ ਪ੍ਰਾਚਾਰਨੀ ਸਭਾ ਦੀ ਜਿਹੜੀ ਸਥਾਪਨਾ ਹੈ ਉਹ ਵੀ ਬਿਹਾਰੀ ਲਾਲ ਪੁਰੀ ਦੇ ਦੁਆਰਾ ਕੀਤੀ ਗਈ ਸੀਗੀ। ਸੋ ਇਹਨਾਂ ਨੇ ਹੀ ਉਸ ਦੀ ਸਥਾਪਨਾ ਕੀਤੀ ਸੀ। ਔਰ ਇਹਨਾਂ ਦੇ ਦੇਹਾਂਤ ਦੀ ਗੱਲ ਕਰੀਏ ਤਾਂ 1885 ਦੇ ਵਿੱਚ ਇਹਨਾਂ ਦਾ ਦੇਹਾਂਤ ਜਿਹੜਾ ਉਹ ਮੰਨਿਆ ਜਾਂਦਾ ਹੈ। ਸੋ ਐਗਜ਼ੈਕਟ ਹੈ ਕਿ ਮੰਨਿਆ ਜਾਂਦਾ ਹੈ 1885 ਦੇ ਵਿੱਚ, ਕਿ ਕਿਹੜੇ ਸੰਨ ਦੇ ਵਿੱਚ ਇਹਨਾਂ ਦੀ ਡੈਥ ਹੋਈ, ਤਾਂ ਇਹ ਕੁਐਸਚਨ ਕਾਫੀ ਬਣ ਜਾਂਦਾ ਹੁੰਦਾ, ਤਾਂ 1885 ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀਗੀ। ਨੈਕਸਟ ਹੈ ਬਿਹਾਰੀ ਲਾਲ ਪੁਰੀ ਦੀਆਂ ਕੁਝ ਪ੍ਰਮੁੱਖ ਰਚਨਾਵਾਂ। ਸੋ ਕਾਫੀ ਸਾਰੀਆਂ ਰਚਨਾਵਾਂ ਨੇ, ਸੋ ਇਹਨਾਂ ਦੇ ਵਿੱਚ ਆਪਾਂ ਪ੍ਰਮੁੱਖ ਦੀ ਗੱਲ ਕਰਦੇ ਹਾਂ। ਪਹਿਲੀ ਹੈ ਵਿਦਿਆ ਰਤਨਾਕਾਰ। ਸੋ ਇਸ ਪੁਸਤਕ ਦੀ ਜਿਹੜੀ ਸ਼ੁਰੂਆਤ ਸੀ, ਜਿਹਦੇ ਵਿੱਚ ਨਿਬੰਧ ਲਿਖਣ ਦੀ ਜਿਹੜੀ ਪ੍ਰਕਿਰਿਆ ਹੈ ਨਾ ਸ਼ੁਰੂ ਕੀਤੀ ਗਈ ਸੀ ਬਿਹਾਰੀ ਲਾਲ ਪੁਰੀ ਦੇ ਦੁਆਰਾ। ਸੋ ਇਹਨਾਂ ਨੇ ਉਸ ਚੀਜ਼ ਦੇ ਉੱਪਰ ਫੋਕਸ ਕੀਤਾ ਸੀਗਾ। ਇਸ ਤੋਂ ਇਲਾਵਾ ਇਸ ਪੁਸਤਕ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮੀਰੀ ਦੇ ਜਿਹੜੇ ਗੁਣ ਉਹ ਦੇਖਣ ਨੂੰ ਮਿਲਦੇ ਹੈਗੇ ਨੇਗੇ।
ठीक है। पुस्तक का मीरी गुण है, पुस्तक के मीरी गुण तो भाव है कि हरेक निबंध का जिहड़ा आरंभ है वो मंगलाचरण के नाल कीता जाता है अते अंत जिहड़ा है वो दोहरे दे नाल कीता जाता है, इसे नूं ही मीरी गुण जिहड़ा कहा जाता है। ठीक है। ये विद्या रत्नाकार पुस्तक जिहड़ी सी उस दे विच है हरेक निबंध यानी कि जिहड़ा निबंध लिखिया गया वो मंगलाचरण के नाल शुरू होवेगा, अंत दे विच दोहरा जिहड़ा है उसका इस्तेमाल जिहड़ा है कीता जाऊगा। नैक्सट हैगा गा दोहरे दे विच लेख के मूल भाव जिहड़े है उन्होंने पेश किया गया है, जो भी है ना उस लेख दे विच है वो सारे के सारे भाव वो लास्ट दे विच जिहड़े कि दोहरे दे विच सानूं देखण नूं मिलदे हैगे ने। दूसरी पुस्तक हैगी आ अनेक दर्शन, ये प्रमुख पुस्तकां ने। अनेक दर्शन जिहड़े सी इस पुस्तक दे लई गल करिए तां यह पुस्तक वड्डी उम्र के जिहड़े लोग सीगे उन्हां दे लई निर्मित की गई सी, उन्हां दे लई निर्माण किया गया सीगा। ठीक है। मीनस कि जिहड़े वड्डी एज दे परसन ने वो इस बुक को पढ़ के इसके विचों ज्ञान हासिल कर सकन, ठीक है, कुछ ना कुछ जिहड़ा वो सीख पाउण। सो इसलिए इस पुस्तक की जिहड़ी है वो रचना की गई सी। नैक्सट है चरित्रावली। सो ये पुस्तक भी काफ़ी फेमस है। सो इस दे विच जीवनी संग्रह के गल की गई है, ये जीवनी संग्रह मन्निया जाता है जिसनों चरित्रावली कहा जाता है। और इस दे विच भारत दीयां 9 इस्त्रियां दे जिहड़े कह सकते हैं जीवनी है उन्हां नूं वर्णन किया गया है चरित्रावली पुस्तक दे विच 9 भारतीय औरतां की जीवनी जिहड़ी है उन्हां दे बारे डिस्कस किया गया है। उद्देश प्रेरणा अति सिक्ख्या देना है जिहड़ा इन्हां दा मुख उद्देश हैगा। अगर चरित्रावली की गल करिए तो प्रमुख इस दे विच की कह सकते हैं कि एक तो प्रेरणा करनी है, औरतों को मोटिवेशन देनी है, इस तो इलावा उन्होंने सिक्ख्या देने का जिहड़ा उद्देश है वो काम करता हैगा। और अखीर दे विच इस दे विच 29 जिहड़ियां बुझावल बातां भी जिहड़ियां लिखियां गईयां नेगियां जो चरित्रावली पुस्तक दे विच सानूं देखण नूं मिलदियां ने। नैक्सट है पिंगल मेजरी। सो इस पुस्तक दे विच कुछ खास जिहड़ी जानकारी है ना मीनस नहीं मिलती हैगी किते भी कि इस पुस्तक दे विच की कुछ ऐड सीगा। नैक्सट है पंजाबी व्याकरण। तो पंजाबी व्याकरण की गल करिए तो यह भी एक प्रमुख पुस्तक सी इन्हां दी। और गुरमुखी दे विच पंजाबी का पहला व्याकरण 1867 दे विच जिहड़ा छापिया गया सीगा वो बिहारी लाल पुरी दे द्वारा ही लिखिया गया सी। ओके। और इसके 5 भाग मन्ने गए सी, यानी कि 5 भागों के विच डिवाइड किया गया सी। बिहारी लाल पुरी ने 1867 दे विच पंजाबी का पहला व्याकरण जो कि गुरमुखी दे विच सी, ध्यान रखना कि गुरमुखी दे विच जिहड़ा पहला पंजाबी व्याकरण से 1867 दे विच बनाया गया सी। इसनूं 5 भागों के विच डिवाइड किया होया सीगा। और इस संस्कृत व्याकरण नूं आधार बना के लिखा गया सी। मीन जी पहला उसके विच गल करिए कि जिहड़ा बेस रहा है इस व्याकरण के लिखण का उस संस्कृत का जो ग्रामर सी व्याकरण सी उत्थों फॉलो किया सीगा। उस तो बाद जिहड़ा इसने ना पंजाबी की गुरमुखी दे विच उसनूं प्रजेंट किया सी। नैक्सट है कुछ प्रमुख लेख। सो इन्हां दे द्वारा काफ़ी सारे जिहड़े लेख गए सी, बट प्रमुख लेखां की गल करांगे जो इन्हां दे द्वारा रचे गए ने। सो पहला है समय दा अर्घ, पहला लेख सीगा। दूसरा लेख कंडियालियां, तीसरा लेख वड्डियां दा आदर, चौथा सीगा धन की वडियाई, पंजवां सीगा बुद्धि की वडियाई, छेवां सी विद्या की महिमा और सतवां सी विद्या का आदर और अठवां सी चुप रहन दे गुण। ये सारे जिहड़े लेख इन्हां दे द्वारा रचे गए सी। हर एक का कुछ ना कुछ जिहड़ा उद्देश सीगा, सीखण का उद्देश सीगा। समय की गल की गई, कंडियालियां की हो गई, वड्डियां का आदर करने बारे, धन की वडियाई, ठीक है, बुद्धि की वडियाई, विद्या की महिमा, विद्या का आदर, चुप रहन दे गुण। सो ये सारे सारे जिहड़े है इन्हां दे विच कुछ ना कुछ लेख सी जिहड़े है ना सारे ही इंपोर्टेंट सी। और इन्हां दे गुण ही सीगे कि इन्हां दे विच कुछ ना कुछ जिहड़ा है वो सिक्ख्यादायक रहा सी, मीनस सीखण दे लई सीगा। ठीक है, कुछ ना कुछ जरूर सीखण नूं मिलदा सी। नैक्सट है धर्म प्रचार के लिए कुछ पुस्तकां इन्हां ने रचना कीतियां सी। सो इन्हां दे विच रतनमाला, ज्ञानमाला, विनय पत्रिका हो गया, प्रतिबंब, सत्यज निरूपण हो गया, विचार कुंडली हो गया, प्रीत हो गया। ठीक है। सो ये सारियां जिहड़ियां पुस्तकां सी ये इन्हां दियां धर्म प्रचार पुस्तकां सी जिहदे विच धर्म नूं जिहड़ा कह सकदे हां ना पेश किया गया, धर्म की फिलोसफी जिहड़ी है उसनूं पेश किया गया सी। ओके। सो इस तो इलावा कुछ दार्शनिक पुस्तकां भी सी इन्हां दियां। इन्हां पुस्तकां दे विच गल करिए तो वशीकरण हो गया, ब्रह्म धर्म हो गया, बीज हो गया, बीजगणित हो गया, अनेक दर्शन हो गया, अनेकार्थी हो गया। ये सारियां पुस्तकां फिलोसफिकल सी, दार्शनिक सीगियां जिहड़ी कि इन्हां दे द्वारा रचियां गईयां सीगियां। ओके। नैक्सट है इस्त्री सिक्ख्या लई विशेष पुस्तकां।
ਸੋ ਇਸਤਰੀਆਂ ਦੇ ਲਈ ਕੁਝ ਵਿਸ਼ੇਸ਼ ਪੁਸਤਕਾਂ ਲਿਖੀਆਂ ਸੀ ਤਾਂ ਕਿ ਇਸਤਰੀਆਂ ਨੂੰ ਜਿਹੜਾ ਸਿੱਖਣ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ, ਉਹਨਾਂ ਨੂੰ ਐਜੂਕੇਸ਼ਨ ਜਿਹੜੀ ਹੈ ਉਹ ਦਿੱਤੀ ਜਾ ਸਕੇ। ਤਾਂ ਇਸ ਦੇ ਲਈ ਇਹਨਾਂ ਨੇ ਸਤੀਆਂ ਦਾ ਹਾਲ, ਸਵਾਮੀ ਵਸ਼ੀਕਰਨ ਜਿਹੜਾ ਹੈ, ਇਹ 2 ਪੁਸਤਕਾਂ ਲਿਖੀਆਂ ਸੀ ਜਿਸ ਦੇ ਵਿੱਚ ਇਸਤਰੀਆਂ ਦੇ ਬਾਰੇ ਇਹਨਾਂ ਨੇ ਜਿਹੜਾ ਹੈ ਉਹ ਜ਼ਿਕਰ ਕੀਤਾ ਸੀਗਾ। ਓਕੇ, ਸੋ ਇਹ ਸੀ ਸਾਰਾ ਅੱਜ ਦਾ ਸਾਡਾ ਟੌਪਿਕ ਜਿਸ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਬਿਹਾਰੀ ਲਾਲ ਪੁਰੀ ਜੀ ਦਾ ਜਨਮ ਕਦੋਂ ਹੋਇਆ, ਉਹਨਾਂ ਦੇ ਜੀਵਨ ਦੇ ਵਿੱਚ ਕੀ ਕੁਝ ਵਾਪਰਿਆ, ਇਸ ਤੋਂ ਇਲਾਵਾ ਕਿਸ ਕਿਸ ਚੀਜ਼ ਦੀ ਸਥਾਪਨਾ ਕੀਤੀ ਹੈ ਔਰ ਕਿਹੜੀਆਂ ਉਹਨਾਂ ਦੀਆਂ ਪ੍ਰਮੁੱਖ ਜਿਹੜੀਆਂ ਰਚਨਾਵਾਂ ਰਹੀਆਂ ਨੇ। ਸੋ ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।